ਇੱਕ ਦਿਨ ਕਿਸੇ ਦੇਸ਼ ਦੇ ਇੱਕ ਰਾਜੇ ਨੇ ਬਹੁਤ ਹੀ ਅਜੀਬ ਜਿਹੀ ਇੱਛਾ ਜ਼ਾਹਿਰ ਕੀਤੀ। ਰਾਜੇ ਦਾ ਕਹਿਣਾ ਸੀ ਕਿ ਮੇਰੇ ਦਰਬਾਰ ਵਿੱਚ ਇੱਕ ਤੋਂ ਵੱਧ ਕੇ ਇੱਕ ਅਕਲਮੰਦ ਵਿਅਕਤੀ ਹੈ, ਪਰ ਮੈਨੂੰ ਹੁਣ ਇੱਕ ਅਜਿਹੇ ਵਿਅਕਤੀ ਦੀ ਭਾਲ ਹੈ ਜੋ ਮੂਰਖ ਹੋਵੇ, ਜਿਸ ਦੀਆਂ ਮੂਰਖਤਾ ਭਰੀਆਂ ਗੱਲਾਂ ਸੁਣ ਕੇ ਸਭ ਦਾ ਮਨੋਰੰਜਨ ਹੋ ਸਕੇ। ਰਾਜੇ ਦੀ ਇਸ ਇੱਛਾ ਦੀ ਪੂਰਤੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਮੰਤਵ ਦੀ ਪੂਰਤੀ ਲਈ ਕਿ ਕੌਣ ਸਭ ਤੋਂ ਮੂਰਖ ਹੈ, ਇੱਕ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਤੋਂ ਬਾਅਦ ਸਭ ਤੋਂ ਮੂਰਖ ਵਿਅਕਤੀ ਦੀ ਭਾਲ ਵੀ ਹੋ ਗਈ। ਭਾਲ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਅਕਤੀ ਨੂੰ ਸਭ ਤੋਂ ਮੂਰਖ ਹੋਣ ਦਾ ਖਿਤਾਬ ਮਿਲਿਆ। ਉਸ ਮੂਰਖ ਨੂੰ ਸਭ ਤੋਂ ਮੂਰਖ ਹੋਣ ਦੇ ਲਈ ਤਾਜ ਪਹਿਨਾਇਆ ਗਿਆ। ਜਦੋਂ ਰਾਜ ਦਰਬਾਰ ਵਿੱਚ ਰਾਜਾ ਉਸ ਤੋਂ ਸਵਾਲ ਪੁੱਛਦਾ ਤਾਂ ਮੂਰਖ ਉਸ ਦਾ ਮੂਰਖਤਾ ਭਰਿਆ ਜਵਾਬ ਦੇ ਦਿੰਦਾ, ਜਿਸ ਨਾਲ ਸਾਰੇ ਦਰਬਾਰੀ ਖੁਸ਼ ਹੋ ਜਾਂਦੇ ਤੇ ਹੱਸਣ ਲੱਗਦੇ। ਦੇਖਦੇ ਹੀ ਦੇਖਦੇ ਸਮਾਂ ਬੀਤਦਾ ਗਿਆ। ਕਈ ਸਾਲ ਬੀਤ ਗਏ ਅਤੇ ਰਾਜੇ ਦੀ ਉਮਰ ਵੱਧ ਹੋਣ ਕਾਰਨ ਬਿਮਾਰੀਆਂ ਨੇ ਉਸ ਨੂੰ ਆਣ ਘੇਰ ਲਿਆ। ਰਾਜੇ ਦੀ ਹਾਲਤ ਗੰਭੀਰ ਸੀ, ਉਸ ਨੂੰ ਆਪਣੀ ਮੌਤ ਨੇੜੇ ਹੀ ਦਿਖ ਰਹੀ ਸੀ, ਪਰ ਉਹ ਦੁਖੀ ਹੋ ਕੇ ਮਰਨਾ ਨਹੀਂ ਸੀ ਚਾਹੁੰਦਾ। ਇਸ ਲਈ ਰਾਜੇ ਨੇ ਉਸ ਮੂਰਖ ਨੂੰ ਆਪਦੇ ਕੋਲ ਆਪਦੇ ਕਮਰੇ ਵਿੱਚ ਬੁਲਾਇਆ ਤਾਂ ਜੋ ਉਸ ਦੀਆਂ ਗੱਲਾਂ ਸੁਣ ਕੇ ਉਹ ਹੱਸਦਾ ਦੁਨੀਆ ਛੱਡ ਕੇ ਜਾ ਸਕੇ। ਜਦੋਂ ਮੂਰਖ ਰਾਜੇ ਕੋਲ ਆਇਆ ਤਾਂ ਰਾਜੇ ਨੇ ਉਸ ਨੂੰ ਕਿਹਾ ਕਿ ਅੱਜ ਤੱਕ ਮੈਂ ਤੈਨੂੰ ਸਵਾਲ ਕਰਦਾ ਸੀ ਤੇ ਤੂੰ ਉਹਨਾਂ ਦਾ ਜਵਾਬ ਦਿੰਦਾ ਸੀ। ਅੱਜ ਮੈਂ ਤੈਨੂੰ ਸਵਾਲ ਕਰਨ ਦਾ ਮੌਕਾ ਦਿੰਦਾ ਹਾਂ, ਤੂੰ ਸਵਾਲ ਕਰ, ਮੈਂ ਜਵਾਬ ਦੇਵਾਂਗਾ। ਮੂਰਖ ਨੇ ਸਵਾਲ ਕਰਨੇ ਸ਼ੁਰੂ ਕੀਤੇ। ਉਸ ਦਾ ਰਾਜੇ ਨੂੰ ਪਹਿਲਾ ਸਵਾਲ ਸੀ ਕਿ ਹੇ ਰਾਜਨ, ਤੁਸੀਂ ਮਰਨ ਤੋਂ ਬਾਅਦ ਕਿੱਥੇ ਜਾਓਗੇ? ਤਾਂ ਰਾਜੇ ਨੇ ਮੁਸਕਰਾਉਂਦੇ ਹੋਏ ਕਿਹਾ, ਮੇਰੇ ਮਾਲਕ, ਮੇਰੇ ਰੱਬ ਦੇ ਚਰਨਾਂ 'ਚ। ਮੂਰਖ ਨੇ ਦੂਜਾ ਸਵਾਲ ਕੀਤਾ ਕਿ ਤੁਸੀਂ ਉੱਥੇ ਕਿੰਨੇ ਸਮੇਂ ਲਈ ਜਾ ਰਹੇ ਹੋ? ਰਾਜੇ ਨੇ ਉੱਤਰ ਦਿੱਤਾ, ਹਮੇਸ਼ਾ ਲਈ। ਮੂਰਖ ਨੇ ਤੀਜਾ ਤੇ ਆਖਰੀ ਸਵਾਲ ਕੀਤਾ, ਜਿਸ ਨੂੰ ਸੁਣ ਕੇ ਰਾਜੇ ਦੀ ਰੂਹ ਕੰਬ ਗਈ। ਤੀਜਾ ਸਵਾਲ ਸੀ ਕਿ ਰਾਜਨ, ਜੇ ਤੁਸੀਂ ਹਮੇਸ਼ਾ ਲਈ ਜਾ ਰਹੇ ਹੋ ਫਿਰ ਤਾਂ ਤੁਸੀਂ ਉੱਥੇ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਣੇ, ਸਾਰੇ ਐਸ਼ੋ-ਆਰਾਮ ਦਾ ਇੰਤਜ਼ਾਮ ਕਰਿਆ ਹੋਣਾ। ਇਹ ਗੱਲ ਸੁਣ ਕੇ ਰਾਜਾ ਮੂਰਖ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ। ਰਾਜੇ ਦਾ ਮੂੰਹ ਦੇਖ ਕੇ ਮੂਰਖ ਵੀ ਸਭ ਸਮਝ ਗਿਆ ਸੀ। ਉਸਨੇ ਆਪਣੇ ਸਿਰ ਤੋਂ ਆਪਦਾ ਮੂਰਖ ਹੋਣ ਦੇ ਸਨਮਾਨ ਵਜੋਂ ਮਿਲਿਆ ਤਾਜ ਰਾਜੇ ਦੇ ਸਿਰ ਤੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਹੇ ਰਾਜਨ, ਮੂਰਖ ਅਸਲ ਵਿੱਚ ਮੈਂ ਨਹੀਂ, ਤੁਸੀਂ ਹੋ। ਤੁਸੀਂ ਜਿੱਥੇ ਹਮੇਸ਼ਾ ਲਈ ਰਹਿਣਾ ਹੈ ਉੱਥੇ ਲਈ ਕੋਈ ਇੰਤਜ਼ਾਮ ਨਹੀਂ ਕੀਤਾ, ਭਾਵ ਰੱਬ ਨੂੰ ਕਦੇ ਯਾਦ ਨਹੀਂ ਕੀਤਾ, ਚੰਗੇ ਕਰਮ ਨਹੀਂ ਕੀਤੇ ਤੇ ਇਸ ਦੁਨੀਆ ਤੇ ਜਿੱਥੇ ਕੁਝ ਸਮਾਂ ਹੀ ਰਹਿਣਾ ਸੀ ਇੰਨੇ ਐਸ਼ੋ ਆਰਾਮ ਇਕੱਠੇ ਕੀਤੇ, ਕਿੰਨੀ ਧਨ ਦੌਲਤ ਇਕੱਠੀ ਕੀਤੀ ਜੋ ਨਾਲ ਜਾਣੀ ਹੀ ਨਹੀਂ ਸੀ। ਇਸ ਤਰ੍ਹਾਂ ਇੱਕ ਮੂਰਖ ਨੇ ਵੀ ਸਿਆਣਪ ਦੀ ਉਹ ਗੱਲ ਰਾਜੇ ਨੂੰ ਕਹਿ ਦਿੱਤੀ ਜੋ ਰਾਜਾ ਸਾਰੀ ਜ਼ਿੰਦਗੀ ਨਾ ਸਮਝ ਪਾਇਆ। ਸਾਨੂੰ ਉਹ ਮਾਇਆ ਇਕੱਠੀ ਕਰਨੀ ਚਾਹੀਦੀ ਹੈ ਜੋ ਪਰਲੋਕ ਵਿੱਚ ਵੀ ਸਾਡੇ ਨਾਲ ਜਾਵੇ, ਨਾ ਕਿ ਇਸ ਨਾਸ਼ਵਾਨ ਦੁਨੀਆ ਦੀ ਮੋਹ ਮਾਇਆ ਵਿੱਚ ਆਪਦੇ ਅਮੁੱਲ ਮਨੁੱਖੀ ਜੀਵਨ ਨੂੰ ਖਰਾਬ ਕਰਨਾ ਚਾਹੀਦਾ ਹੈ।